ਕਿਤਾਬ ਡੂੰਘੀਆਂ ਸਿਖਰਾਂ। ਵਿਸ਼ਾ ਪੈਸਾ, ਧਨ ਅਤੇ ਦੌਲਤ। ਧਰਤੀ ਉੱਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ, ਪਰ ਘੁਮਾਉਂਦਾ ਪੈਸਾ ਹੈ। ਜਦੋਂ ਪੈਸਾ ਬੋਲਦਾ ਹੈ, ਸਾਰੇ ਧਿਆਨ ਨਾਲ ਸੁਣਦੇ ਹਨ। ਸਮਾਜਿਕ ਜੀਵਨ ਲਈ ਪੈਸਾ ਆਕਸੀਜਨ ਹੈ। ਪੈਸਾ ਮਨੁੱਖ ਦਾ ਤੀਜਾ ਨੇਤਰ ਹੈ। ਜਦੋਂ ਤੱਕ ਇਹ ਨਹੀਂ ਖੁੱਲ੍ਹਦਾ, ਬਾਕੀ ਦੋ ਨੇਤਰ ਵੀ ਕੰਮ ਨਹੀਂ ਕਰਦੇ। ਪੈਸੇ ਨੂੰ ਪ੍ਰਾਪਤ ਕਰਨ ਲਈ ਅਸੀਂ ਇਸ ਬਾਰੇ ਪੜ੍ਹਦੇ ਹਾਂ, ਇਸ ਬਾਰੇ ਸੋਚਦੇ ਹਾਂ, ਇਸ ਨਾਲ ਹੀ ਵਸਤਾਂ ਨੂੰ ਆਪਣੀ ਪਹੁੰਚ ਵਿੱਚ ਲਿਆਉਂਦੇ ਹਾਂ। ਪੈਸੇ ਨਾਲ ਹੀ ਅਸੀਂ ਆਪਣੇ ਰਿਸ਼ਤੇਦਾਰਾਂ, ਸੰਗੀ ਸਾਥੀਆਂ, ਆਂਢੀਆਂ ਗੁਆਂਢੀਆਂ ਨੂੰ ਮਿਣਦੇ ਤੋਲਦੇ ਹਾਂ। ਪੈਸਾ ਸਾਡੇ ਸਾਰੇ ਨਿਰਣਿਆਂ ਦੀ ਹੱਦ ਨਿਰਧਾਰਤ ਕਰਦਾ ਹੈ। ਗਿਣਤੀ ਦਾ ਸਿੱਧਾ ਸੰਬੰਧ ਪੈਸੇ ਨਾਲ ਹੈ। ਸਕੂਲਾਂ ਵਿੱਚ ਜਿਹੜੇ ਪਹਾੜੇ ਸਿਖਾਏ ਜਾਂਦੇ ਹਨ, ਉਹ ਮਗਰੋਂ ਪੈਸੇ ਗਿਣਨ ਵਿੱਚ ਹੀ ਸਹਾਈ ਹੁੰਦੇ ਹਨ। ਗਿਣਤੀ ਵਾਂਗ ਹੀ ਪੈਸੇ ਦਾ ਵੀ ਕੋਈ ਅੰਤ ਨਹੀਂ ਹੁੰਦਾ। ਅਧਿਆਪਕ ਬੱਚਿਆਂ ਨੂੰ ਪੈਸਿਆਂ ਦੇ ਰੁਪਏ ਬਣਾਉਣੇ ਸਿਖਾਉਂਦੇ ਹਨ ਅਤੇ ਹਜ਼ਾਰਾਂ, ਲੱਖਾਂ, ਕਰੋੜਾਂ ਨਾਲ ਵਿਦਿਆਰਥੀਆਂ ਦੀ ਜਾਣ ਪਛਾਣ ਕਰਾਉਂਦੇ ਹਨ। ਪੈਸਾ ਸਮੁੰਦਰ ਦੇ ਪਾਣੀ ਵਾਂਗ ਹੈ। ਜਿਤਨਾ ਪੀਓ ਉਤਨੀ ਇਸ ਦੀ ਪਿਆਸ ਵੱਧਦੀ ਜਾਂਦੀ ਹੈ। ਕਰਦੇ ਸਾਰੇ ਹਨ, ਪਰ ਮੰਨਦਾ ਕੋਈ ਨਹੀਂ ਕਿ ਉਹ ਪੈਸੇ ਨਾਲ ਪਿਆਰ ਕਰਦਾ ਹੈ। ਕਾਰਨ ਇਹ ਹੈ ਕਿ ਸਾਡੇ ਦੇਸ਼ ਵਿੱਚ ਧਰਮ ਨੇ ਗਰੀਬੀ ਨੂੰ ਸਲਾਹਿਆ ਹੈ ਅਤੇ ਅਮੀਰੀ ਨੂੰ ਲਾਲਚ ਅਤੇ ਪਾਪ ਕਹਿ ਕੇ, ਮਾਇਆ ਕਹਿ ਕੇ ਭੰਡਿਆ ਹੈ ਅਤੇ ਇਸ ਨੂੰ ਸਾਰੇ ਝਗੜਿਆਂ, ਚਿੰਤਾਵਾਂ ਦਾ ਕਾਰਨ ਦੱਸਿਆ ਹੈ। ਧਰਮ ਨੇ ਕੇਵਲ ਉਸ ਪੈਸੇ ਨੂੰ ਸਲਾਹਿਆ ਹੈ ਜਿਹੜਾ ਧਾਰਮਿਕ ਸਥਾਨਾਂ ਜਾਂ ਧਾਰਮਿਕ ਕਾਰਜਾਂ 'ਤੇ ਖਰਚਿਆ ਜਾਵੇ। ਧਰਮ ਅਤੇ ਗਰੀਬੀ ਦਾ ਸਿੱਧਾ ਸੰਬੰਧ ਹੈ। ਜਿਹੜੇ ਸਮਾਜ ਵਧੇਰੇ ਧਾਰਮਿਕ ਹਨ, ਉਹ ਵਧੇਰੇ ਗਰੀਬੀ ਹਨ। ਜਿਹੜੇ ਵਧੇਰੇ ਗਰੀਬ ਹਨ, ਉਹੀ ਵਧੇਰੇ ਧਾਰਮਿਕ ਹਨ। ਲੋਕਾਂ ਨੂੰ ਗਰੀਬ ਰੱਖੋ, ਉਹ ਧਰਮ ਨੂੰ ਜਿਉਂਦਾ ਰੱਖਣਗੇ। ਵਾਸਤਵ ਵਿੱਚ ਧਰਮ ਨੇ ਲੋਭ ਨੂੰ ਨਿੰਦ ਕੇ ਪੈਸੇ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ। ਅਸੀਂ ਭਾਰਤੀ ਪੈਸੇ ਦੇ ਲੋਭੀ ਵੀ ਹਾਂ ਅਤੇ ਪੈਸੇ ਨੂੰ ਨਿੰਦਦੇ ਵੀ ਹਾਂ। ਜੇ ਸੰਸਾਰ ਵਿੱਚ ਪੈਸਾ ਨਾ ਹੁੰਦਾ ਤਾਂ ਕੋਈ ਸਾਂਝ ਜਾਂ ਰਿਸ਼ਤੇਦਾਰੀ ਵੀ ਨਾ ਹੁੰਦੀ। ਵਿਆਹ ਸਾਰੇ ਰਿਸ਼ਤਿਆਂ ਦਾ ਆਧਾਰ ਹੈ ਅਤੇ ਪੈਸੇ ਬਿਨਾਂ ਵਿਆਹ ਦੇ ਕੋਈ ਅਰਥ ਨਹੀਂ। ਵਿਆਹ ਨਾਲ ਇਸਤਰੀ ਨੂੰ ਪੁਰਸ਼ ਦੇ ਪੈਸੇ ਵਰਤਣ ਦਾ ਹੱਕ ਮਿਲਦਾ ਹੈ ਅਤੇ ਬਦਲ ਵਿੱਚ ਪੁਰਸ਼ ਨੂੰ ਘਰ ਦੇ ਸੁੱਖ ਸਾਧਨ ਮਿਲਦੇ ਹਨ। ਇਸਤਰੀ ਉੱਤੇ ਖਰਚ ਕੀਤਾ ਪੈਸਾ ਵਿਖਾਈ ਦਿੰਦਾ ਹੈ। ਕੋਈ ਵੀ ਰਿਸ਼ਤਾ ਜਿਸ ਵਿੱਚ ਇੱਕ ਕੇਵਲ ਕਮਾਏ ਅਤੇ ਦੂਜਾ ਕੇਵਲ ਖਰਚ ਕਰੇ, ਚੱਲ ਨਹੀਂ ਸਕਦਾ। ਕਮਾਈ ਤੋਂ ਅਰਥ ਉਸ ਪੈਸੇ ਤੋਂ ਹੈ ਜਿਸ ਨੂੰ ਖਰੀਦਣ ਦਾ ਸਾਨੂੰ ਅਧਿਕਾਰ ਹੈ। ਜੇ ਇਹ ਅਧਿਕਾਰ ਨਹੀਂ ਤਾਂ ਇਹ ਕਮਾਈ ਨਹੀਂ, ਸੰਭਾਲਣ ਦੀ ਜ਼ਿੰਮੇਵਾਰੀ ਹੈ। ਬੈਂਕਾਂ ਨੇ ਇਸ ਜ਼ਿੰਮੇਵਾਰੀ ਨੂੰ ਰੁਜ਼ਗਾਰ ਬਣਾਇਆ ਹੋਇਆ ਹੈ। ਪੈਸਾ ਕਮਾਉਣ ਵਿੱਚ ਪਸੀਨਾ ਵਹਾਉਣਾ ਪੈਂਦਾ ਹੈ, ਪਰ ਪੈਸੇ ਮਿਲਦਿਆਂ ਹੀ ਠੰਡੀ ਹਵਾ ਲੱਗਣ ਲੱਗ ਪੈਂਦੀ ਹੈ। ਜੇ ਪੈਸੇ ਦੀ ਇੱਕ ਹੀ ਚੀਜ਼ ਖਰੀਦੀ ਜਾ ਸਕਦੀ ਹੁੰਦੀ ਤਾਂ ਉਸ ਚੀਜ਼ ਦਾ ਮਹੱਤਵ ਹੋਣਾ ਸੀ, ਪੈਸੇ ਦਾ ਨਹੀਂ। ਪੈਸਾ ਇਸ ਲਈ ਮੁੱਲਵਾਨ ਹੈ ਕਿਉਂਕਿ ਇਸ ਨੂੰ ਲੱਖਾਂ ਢੰਗਾਂ ਨਾਲ ਅਣਗਿਣਤ ਵਸਤਾਂ ਖਰੀਦਣ ਲਈ ਖਰਚਿਆ ਜਾ ਸਕਦਾ ਹੈ। ਖਰਚਣ ਦੇ ਢੰਗ ਅਨੇਕ ਹਨ, ਕਮਾਉਣ ਦੇ ਢੰਗ ਇੱਕ ਦੋ ਹੀ ਹੁੰਦੇ ਹਨ। ਪੈਸੇ ਨਾਲ ਸਾਰੇ ਜਿੰਦਰੇ ਖੁੱਲ੍ਹ ਜਾਂਦੇ ਹਨ। ਪੈਸਾ ਇੱਕ ਸਾਂਝੀ ਵਟਾਂਦਰਾ ਦਰ ਹੈ। ਕਿਸੇ ਵਿਅਕਤੀ ਦੇ ਵਿਹਾਰ ਅਤੇ ਚਰਿੱਤਰ ਬਾਰੇ ਜਾਣਨ ਲਈ ਵੇਖੋ ਉਹ ਕਮਾਉਂਦਾ ਕਿਵੇਂ ਹੈ ਅਤੇ ਉਹ ਖਰਚਦਾ ਕਿਵੇਂ ਹੈ। ਹਰ ਕੋਈ ਪੈਸੇ ਬਾਰੇ ਸੁਚੇਤ ਹੈ ਅਤੇ ਹਰੇਕ ਨੂੰ ਇਸ ਦੀ ਲੋੜ ਹੈ। ਕੋਈ ਵੀ ਯੁੱਗ ਅਜਿਹਾ ਨਹੀਂ ਹੋਇਆ ਜਿਸ ਵਿੱਚ ਕਮਾਉਣ ਦੀਆਂ ਮੁਸ਼ਕਲਾਂ ਨਹੀਂ ਸਨ ਜਾਂ ਜਿਸ ਵੇਲੇ ਪੈਸੇ ਦੀ ਘਾਟ ਨਹੀਂ ਸੀ। ਕਮਾਉਣ ਦੀਆਂ ਮੁਸ਼ਕਲਾਂ ਪੈਸੇ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਚੋਰ ਵੀ ਪੈਸੇ ਦਾ ਸਤਿਕਾਰ ਕਰਦੇ ਹਨ, ਇਸ ਲਈ ਉਹ ਦੂਜਿਆਂ ਦੇ ਪੈਸਿਆਂ ਨੂੰ ਆਪਣਾ ਬਣਾਉਣ ਲਈ ਰਾਤ ਭਰ ਮਿਹਨਤ ਕਰਦੇ ਹਨ। ਪੈਸੇ ਦੀ ਖਿੱਚ ਕਾਰਨ ਹੀ ਧਾਰਮਿਕ ਸਥਾਨ 'ਤੇ ਅਮੀਰ ਵੀ ਗਰੀਬ ਬਣ ਜਾਂਦੇ ਹਨ ਅਤੇ ਵਾਹਿਗੁਰੂ ਨੂੰ ਜਚਾ ਦਿੰਦੇ ਹਨ ਕਿ ਮੈਨੂੰ ਹੀ ਤੇਰੀਆਂ ਬਖਸ਼ਿਸ਼ਾਂ ਦੀ ਲੋੜ ਸਭ ਤੋਂ ਵੱਧ ਹੈ। ਗਰੀਬੀ ਕਵਿਤਾਵਾਂ, ਮੁਹਾਵਰਿਆਂ ਵਿੱਚ ਹੀ ਵਡਿਆਈ ਗਈ ਹੈ
ਅਸਲੀ ਜੀਵਨ ਵਿੱਚ ਇਹ ਬੜੀ ਦੁਖਦਾਈ ਹੈ। ਜੀਵਨ ਵਿੱਚ ਸਭ ਤੋਂ ਮੰਦਭਾਗੀ ਚੀਜ਼ ਗਰੀਬੀ ਹੈ। ਗਰੀਬੀ ਹਰ ਪ੍ਰਕਾਰ ਦੀ ਕਰੂਪਤਾ ਅਤੇ ਥਕਾਵਟ ਦਾ ਸਰੋਤ ਹੈ। ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਗਰੀਬੀ ਕਾਰਨ ਥੱਕੇ ਹੋਏ ਸਰੀਰ ਬੌਧਿਕ ਵਿਕਾਸ ਦੇ ਰਾਹ ਨਹੀਂ ਪੈਂਦੇ। ਨਰਕ ਦੇ ਅਰਥ ਗਰੀਬੀ ਤੋਂ ਹਨ। ਗੁਲਾਮੀ ਦਾ ਦੂਜਾ ਨਾਂ ਗਰੀਬੀ ਹੈ। ਗਰੀਬੀ ਗਰੀਬਾਂ ਕੋਲੋਂ ਗਰੀਬੀ ਵਿੱਚੋਂ ਉਭਰਨ ਦੀ ਹਿੰਮਤ ਖੋਹ ਲੈਂਦੀ ਹੈ। ਵਿਆਹੀਆਂ ਅਤੇ ਅਣਵਿਆਹੀਆਂ ਗਰੀਬ ਧੀਆਂ ਦੇ ਜੀਵਨ ਵਿੱਚ ਕੁਝ ਵੀ ਮਾਣਯੋਗ ਨਹੀਂ ਹੁੰਦਾ। ਗਰੀਬਾਂ ਦੇ ਕੱਪੜਿਆਂ ਦਾ ਕੋਈ ਮੇਚ ਜਾਂ ਖਾਣ ਪੀਣ ਦਾ ਕੋਈ ਵਕਤ ਨਹੀਂ ਹੁੰਦਾ। ਗਰੀਬਾਂ ਦਾ ਅਸਮਾਨ ਨੀਵਾਂ ਹੁੰਦਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦੇ ਪਾਣੀ ਨਾਲ ਗਰੀਬਾਂ ਦੇ ਘਰ ਵੀ ਟੁਰ ਪੈਂਦੇ ਹਨ। ਗਰੀਬਾਂ ਲਈ ਨਿਆਂ ਦੇ ਕੋਈ ਅਰਥ ਨਹੀਂ, ਕਿਉਂਕਿ ਨਿਆਂ ਕਦੀ ਮੁਫਤ ਨਹੀਂ ਮਿਲਦਾ। ਪੁਲਿਸ ਵੀ ਗਰੀਬ ਜਾਂ ਮਜ਼ਲੂਮ ਨਾਲ ਨਹੀਂ ਖੜਦੀ, ਅਮੀਰ ਜਾਂ ਮੁਜਰਮ ਨਾਲ ਮਿਲ ਜਾਂਦੀ ਹੈ। ਮਜ਼ਲੂਮ ਵਿੱਚ ਪੁਲਿਸ ਨੂੰ ਕੁਝ ਦੇਣ ਦੀ ਸਮਰੱਥਾ ਨਹੀਂ ਹੁੰਦੀ, ਮੁਜਰਮ ਕੋਲ ਹੁੰਦੀ ਹੈ। ਗਰੀਬਾਂ ਦੇ ਦੀਵੇ ਵਿੱਚ ਤੇਲ ਮੁੱਕਿਆ ਹੀ ਰਹਿੰਦਾ ਹੈ। ਪੈਸੇ ਦੀ ਸਭ ਤੋਂ ਵੱਧ ਲੋੜ ਗਰੀਬਾਂ ਨੂੰ ਹੁੰਦੀ ਹੈ। ਜਿਨ੍ਹਾਂ ਕੋਲ ਪੈਸੇ ਜਾਂ ਵਸੀਲੇ ਨਹੀਂ ਹੁੰਦੇ, ਉਹਨਾਂ ਦੀ ਕਿਸੇ ਵੀ ਜਗ੍ਹਾ ਵਾਰੀ ਹੀ ਨਹੀਂ ਆਉਂਦੀ। ਆਪਣੇ ਦੇਸ਼ ਵਿੱਚ ਅਸੀਂ ਪੈਸੇ ਨੂੰ ਬਹੁਤ ਭੰਡ ਚੁੱਕੇ ਹਾਂ, ਪਰ ਹੁਣ ਇਸ ਦੀ ਤਾਕਤ ਨੂੰ ਸਮਝਣ ਅਤੇ ਇਸ ਦੀ ਸ਼ਕਤੀ ਨੂੰ ਵਰਤਣ ਦੀ ਲੋੜ ਹੈ। ਪੈਸਾ ਉਸ ਦੀ ਪਰਵਾਹ ਕਰਦਾ ਹੈ ਜੋ ਪੈਸੇ ਦੀ ਪਰਵਾਹ ਕਰਦਾ ਹੈ। ਪੈਸਾ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਕਰਦਾ, ਪਰ ਪੈਸੇ ਬਿਨਾਂ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ। ਬਾਜ਼ਾਰ ਵਿੱਚ ਅਸੀਂ ਪੈਸੇ ਕੁਰਬਾਨ ਕਰਕੇ ਵਸਤਾਂ ਜਿੱਤ ਲਿਆਉਂਦੇ ਹਾਂ। ਆਮਦਨ ਅਜਿਹਾ ਵਰਤਾਰਾ ਹੈ ਜਿਸ ਬਿਨਾਂ ਰਹਿਣਾ ਮੁਸ਼ਕਿਲ ਹੁੰਦਾ ਹੈ। ਵਾਸਤਵ ਵਿੱਚ ਸਾਰੇ ਰਿਸ਼ਤੇ ਪੈਸੇ ਦੇ ਰਿਸ਼ਤੇ ਹਨ। ਮਹੱਤਵ ਪੈਸੇ ਦਾ ਹੈ, ਸੋ ਜਿਸ ਕੋਲ ਪੈਸਾ ਹੁੰਦਾ ਹੈ ਉਸ ਦਾ ਮਹੱਤਵ ਬਣ ਜਾਂਦਾ ਹੈ। ਜਿਸ ਕੋਲ ਪੈਸਾ ਨਹੀਂ ਹੁੰਦਾ ਉਹ ਭਾਵੇਂ ਕਿਤਨੀਆਂ ਹੀ ਸਿਆਣੀਆਂ ਗੱਲਾਂ ਕਰੇ, ਕੋਈ ਨਹੀਂ ਸੁਣਦਾ। ਜੇ ਇੱਕ ਥਾਂ ਪੈਸੇ ਮਿਲ ਰਹੇ ਹੋਣ ਅਤੇ ਇੱਕ ਥਾਂ ਗਿਆਨ ਮਿਲ ਰਿਹਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਕਿ ਭੀੜ ਕਿੱਥੇ ਹੋਵੇਗੀ। ਗਿਆਨ ਦਾ ਉਦੇਸ਼ ਵੀ ਪੈਸੇ ਕਮਾਉਣ ਦੀ ਸਮਰੱਥਾ, ਯੋਗਤਾ ਨੂੰ ਵਧਾਉਣਾ ਹੁੰਦਾ ਹੈ। ਕਲਪਨਾ ਦੀ ਪੱਧਰ ਵੀ ਪੈਸੇ ਨਾਲ ਨਿਰਧਾਰਿਤ ਹੁੰਦੀ ਹੈ। ਹਰ ਕਿਸੇ ਕੋਲ ਖਰਚਣ ਦੀਆਂ ਵਿਉਂਤਾਂ ਹਨ, ਖਰੀਦੀਆਂ ਜਾਣ ਵਾਲੀਆਂ ਵਸਤੂਆਂ ਦੀ ਸੂਚੀਆਂ ਹਨ, ਪਰ ਪੈਸਾ ਨਹੀਂ। ਸੋ ਹਰ ਕੋਈ ਪੈਸੇ ਨੂੰ ਉਡੀਕ ਰਿਹਾ ਹੈ। ਪੈਸੇ ਨੂੰ ਕਿਸੇ ਬੇਇੱਜ਼ਤੀ ਦੀ ਪਰਵਾਹ ਨਹੀਂ ਹੁੰਦੀ, ਕਿਉਂਕਿ ਪੈਸਾ ਆਪ ਹਰੇਕ ਇੱਜ਼ਤ ਸਨਮਾਨ ਦਾ ਆਧਾਰ ਹੈ। ਜੇ ਪੈਸੇ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਅਜਨਬੀ ਕੋਲੋਂ ਪੈਸੇ ਮੰਗ ਕੇ ਵੇਖ ਲਵੋ। ਜੇ ਜਾਣ ਪਛਾਣ ਤੇ ਰਿਸ਼ਤੇਦਾਰੀਆਂ ਨਾ ਹੁੰਦੀਆਂ ਤਾਂ ਹਰ ਕਿਸੇ ਨੂੰ ਆਪਣੀ ਆਮਦਨ ਵਿੱਚ ਗੁਜ਼ਾਰਾ ਕਰਨਾ ਪੈਣਾ ਸੀ। ਜੇ ਅਮੀਰਜ਼ਾਦਿਆਂ ਨੂੰ ਪੈਸਿਆਂ ਦੀ ਕੀਮਤ ਪਤਾ ਹੁੰਦੀ ਤਾਂ ਉਹਨਾਂ ਦੀਆਂ ਹਵੇਲੀਆਂ ਖੰਡਰ ਨਾ ਬਣਦੀਆਂ। ਪੈਸਾ ਮਨੁੱਖ ਦੀ ਚਿੰਤਾ ਸੀ, ਹੈ ਅਤੇ ਰਹੇਗੀ। ਪੈਸੇ ਦਾ ਰੂਪ ਬਦਲਦਾ ਰਿਹਾ ਹੈ, ਪਰ ਇਸ ਦਾ ਮਹੱਤਵ ਸਦੀਵੀ ਹੈ। ਨੋਟਾਂ ਦਾ ਚਲਨ ਪਿਛਲੀਆਂ 2 ਸਦੀਆਂ ਵਿੱਚ ਹੋਇਆ ਹੈ। ਉਸ ਤੋਂ ਪਹਿਲਾਂ ਸਿੱਕੇ ਹੁੰਦੇ ਸਨ। ਆਮ ਲੋਕ ਲੋਹੇ, ਪਿੱਤਲ, ਕਾਂਸੀ ਆਦਿ ਦੇ ਸਨ, ਜਦੋਂ ਕਿ ਕੀਮਤੀ ਸਿੱਕੇ ਸੋਨੇ ਅਤੇ ਚਾਂਦੀ ਦੇ ਸਨ। ਇਹਨਾਂ ਸੋਨੇ ਚਾਂਦੀ ਦੇ ਸਿੱਕਿਆਂ ਨੂੰ ਅਸ਼ਰਫੀਆਂ ਜਾਂ ਮੋਹਰਾਂ ਦੇ ਰੂਪ ਵਿੱਚ ਵੱਡੇ ਲੈਣ ਦੇਣ ਲਈ ਵਰਤਿਆ ਜਾਂਦਾ ਰਿਹਾ ਹੈ। ਸਿੱਕਿਆਂ ਤੋਂ ਵੀ ਪਹਿਲਾਂ ਸਾਰਾ ਵਪਾਰ ਵਸਤਾਂ ਦੇ ਵਟਾਂਦਰੇ ਨਾਲ ਹੁੰਦਾ ਸੀ। ਜਿਵੇਂ ਕਣਕ ਦੇ ਬਦਲੇ ਚਾਵਲ ਲਏ ਜਾਂਦੇ ਸਨ, ਹਰ ਚੀਜ਼ ਦੀ ਵਟਾਂਦਰਾ ਦਰ ਹੁੰਦੀ ਸੀ। ਵਪਾਰ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਸਾਡੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਉਪਰੰਤ ਵਿਕਣਯੋਗ ਵਾਧੂ ਵਸਤ ਹੋਵੇ। ਵਿਕਣਯੋਗ ਵਸਤਾਂ ਕਾਰਨ ਵੇਚਣ ਅਤੇ ਖਰੀਦਣ ਵਾਲੇ ਇੱਕ ਨਿਸ਼ਚਿਤ ਥਾਂ 'ਤੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਸਨ। ਇਸ ਨਿਸ਼ਚਿਤ ਥਾਂ ਨੂੰ ਮੰਡੀ ਜਾਂ ਬਾਜ਼ਾਰ ਕਿਹਾ ਜਾਣ ਲੱਗ ਪਿਆ। ਇਸ ਅਵਸਥਾ ਵਿੱਚ ਵਿਅਕਤੀ ਨੂੰ ਦੋਵੇਂ ਪਾਸੇ ਭਾਰ ਚੁੱਕਣਾ ਪੈਂਦਾ ਸੀ। ਜਦੋਂ ਸਿੱਕੇ ਚੱਲ ਪਏ ਤਾਂ ਮੰਡੀ ਦਾ ਸੁਭਾਅ ਹੀ ਬਦਲ ਗਿਆ। ਵਸਤਾਂ ਨੂੰ ਸਿੱਕਿਆਂ ਨਾਲ ਅਤੇ ਸਿੱਕਿਆਂ ਨੂੰ ਵਸਤਾਂ ਨਾਲ ਵਟਾਇਆ ਜਾਣ ਲੱਗਾ ਅਤੇ ਦੋਵੇਂ ਪਾਸੇ ਭਾਰ ਚੁੱਕਣ ਦੀ ਥਾਂ ਇੱਕ ਪਾਸੇ ਹੀ ਭਾਰ ਚੁੱਕਿਆ ਜਾਣ ਲੱਗਾ।
ਅਤੇ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੇ ਆਮਣੇ ਸਾਹਮਣੇ ਹੋਣ ਦੀ ਮਜਬੂਰੀ ਮੁੱਕ ਗਈ। ਸਿੱਕਿਆਂ ਕਾਰਨ ਮੰਡੀ ਦਾ ਆਕਾਰ ਵਧਿਆ, ਵਿਕਣ ਵਾਲੀਆਂ ਵਸਤਾਂ ਦੀ ਗਿਣਤੀ ਵਧੀ, ਜੀਵਨ ਪੱਧਰ ਉੱਚਾ ਹੋਣ ਲੱਗਾ ਅਤੇ ਵਪਾਰ ਇੱਕ ਧੰਦਾ ਹੋ ਨਿਬੜਿਆ ਅਤੇ ਵਪਾਰੀ ਜਾਂ ਮਹਾਜਨ ਵਰਗ ਹੋਂਦ ਵਿੱਚ ਆਇਆ, ਜਿਹੜਾ ਵੇਚਣ ਵਾਲਿਆਂ ਤੋਂ ਖਰੀਦ ਕੇ ਖਰੀਦਣ ਵਾਲਿਆਂ ਨੂੰ ਵੇਚਣ ਲੱਗ ਪਿਆ। ਇਸ ਤੋਂ ਅਗਲੇਰਾ ਵਿਕਾਸ ਨੋਟਾਂ ਨਾਲ ਸੰਭਵ ਹੋਇਆ। ਮੱਧਕਾਲ ਵਿੱਚ ਜਦੋਂ ਲੋਕ ਤੀਰਥ ਯਾਤਰਾ ਜਾਂ ਕਿਸੇ ਦੂਰ ਦੁਰਾਡੀ ਥਾਂ 'ਤੇ ਜਾਂਦੇ ਸਨ ਤਾਂ ਆਪਣੇ ਗਹਿਣੇ ਜਾਂ ਸਿੱਕੇ ਸ਼ਾਹੂਕਾਰ ਕੋਲ ਰੱਖ ਦਿੰਦੇ ਸਨ, ਜਿਹੜਾ ਇਹਨਾਂ ਦੀ ਰਸੀਦ ਦਿਆ ਕਰਦਾ ਸੀ। ਸ਼ਾਹੂਕਾਰ ਵਿਚਕਾਰ ਗੋਤਾਂ ਅਤੇ ਰਿਸ਼ਤੇਦਾਰੀਆਂ ਦੇ ਆਧਾਰ 'ਤੇ ਸੰਬੰਧ ਪੈਦਾ ਹੋਏ ਅਤੇ ਇੱਕ ਥਾਂ ਜਮ੍ਹਾਂ ਕਰਵਾਏ ਸਿੱਕੇ ਦੂਜੀ ਥਾਂ ਉਸੇ ਗੋਤ ਦੇ ਸ਼ਾਹੂਕਾਰ ਜਾਂ ਉਸਦੇ ਰਿਸ਼ਤੇਦਾਰ ਤੋਂ ਲਏ ਜਾਣੇ ਸੰਭਵ ਹੋਏ ਅਤੇ ਰਸੀਦਾਂ ਜਾਂ ਪਰਚੀਆਂ ਹੁੰਡੀਆਂ ਕਹਾਉਣ ਲੱਗ ਪਈਆਂ, ਜਿਨ੍ਹਾਂ ਦਾ ਰੰਗ ਅਤੇ ਆਕਾਰ ਨਿਸ਼ਚਿਤ ਹੋ ਗਿਆ। ਵਕਤ ਦੇ ਬੀਤਣ ਨਾਲ ਇਹ ਹੁੰਡੀਆਂ ਨੋਟ ਬਣ ਗਏ ਅਤੇ ਸ਼ਾਹੂਕਾਰਾਂ ਦੀ ਥਾਂ ਬੈਂਕਾਂ ਨੇ ਲੈ ਲਈ। ਪੈਸੇ ਦੇ ਵਿਸਥਾਰ ਨਾਲ ਪਿੰਡ ਕਸਬਿਆਂ ਨਾਲ, ਕਸਬੇ ਸ਼ਹਿਰਾਂ ਨਾਲ, ਸ਼ਹਿਰ ਰਾਜਧਾਨੀਆਂ ਨਾਲ ਅਤੇ ਰਾਜਧਾਨੀਆਂ ਬੰਦਰਗਾਹਾਂ ਰਾਹੀਂ ਸਾਰੇ ਸੰਸਾਰ ਨਾਲ ਜੁੜ ਗਈਆਂ। ਰੇਲ ਗੱਡੀ ਨੇ ਵਪਾਰ ਨੂੰ ਸੌਖਾ, ਸਰਲ ਅਤੇ ਤੇਜ਼ ਕਰ ਦਿੱਤਾ ਅਤੇ ਹਰ ਕਿਸੇ ਦਾ ਪੈਸੇ ਨਾਲ ਵਾਹ ਪੈਣ ਲੱਗ ਪਿਆ ਅਤੇ ਸਮਾਜ ਵਿੱਚ ਹਰੇਕ ਪੱਧਰ 'ਤੇ ਪਰਿਵਰਤਨ ਵਾਪਰਨ ਲੱਗ ਪਿਆ। ਪੈਸੇ ਨਾਲ ਮਨੁੱਖ ਦਾ ਸਮਾਜਿਕ ਮਹੱਤਵ ਜੁੜਿਆ ਹੁੰਦਾ ਹੈ। ਕੱਪੜੇ, ਭੋਜਨ, ਮਕਾਨ, ਰੁਜ਼ਗਾਰ ਆਦਿ ਸਭ ਦਾ ਸੰਦਰਭ ਪੈਸਾ ਹੈ ਅਤੇ ਇਹਨਾਂ ਨਾਲ ਹੀ ਅਸੀਂ ਆਪਣੀ ਸਮਾਜਿਕ ਸਥਿਤੀ ਦਾ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਅਸੀਂ ਕਿਸ ਪ੍ਰਕਾਰ ਦੇ ਵਿਹਾਰ ਦੀ ਆਸ ਕਰਦੇ ਹਾਂ। ਸਮਾਜਿਕ ਪੱਖ ਤੋਂ ਪੈਸੇ ਦੇ ਸੰਬੰਧ ਵਿੱਚ ਵਿਕਾਸ ਦੇ ਕਈ ਪੜਾਅ ਹੁੰਦੇ ਹਨ ਅਤੇ ਹਰ ਵਿਅਕਤੀ ਇਹਨਾਂ ਪੜਾਵਾਂ ਵਿੱਚੋਂ ਜਿਸ ਪੜਾਅ 'ਤੇ ਹੁੰਦਾ ਹੈ, ਉਸ ਤੋਂ ਅਗਲੇਰੇ ਪੜਾਅ ਤੱਕ ਵਿਕਾਸ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਸਭ ਤੋਂ ਥੱਲਵੇਂ ਪੜਾਅ 'ਤੇ ਮੰਗਤੇ, ਘਰੇਲੂ ਨੌਕਰ ਆਦਿ ਹੁੰਦੇ ਹਨ, ਜਿਨ੍ਹਾਂ ਦੀ ਚਿੰਤਾ ਜਿਉਂਦੇ ਰਹਿਣ ਦੀ ਹੁੰਦੀ ਹੈ। ਇਹ ਬਹੁਤਾ ਕੁਝ ਦੂਜਿਆਂ ਦਾ ਦਿੱਤਾ ਹੋਇਆ ਖਾਂਦੇ ਹੰਢਾਉਂਦੇ ਹਨ ਅਤੇ ਲੋੜ ਪੈਣ 'ਤੇ ਕੁਝ ਮੁੱਢਲੀਆਂ ਵਸਤਾਂ ਖੋਖਿਆਂ ਜਾਂ ਰੇਹੜੀਆਂ ਆਦਿ ਤੋਂ ਖਰੀਦਦੇ ਹਨ। ਦੂਜੇ ਪੜਾਅ 'ਤੇ ਉਹ ਹੁੰਦੇ ਹਨ ਜਿਨ੍ਹਾਂ ਕੋਲ ਡੰਗ ਟਪਾਊ ਆਮਦਨ ਹੁੰਦੀ ਹੈ, ਜਿਹੜੇ ਦਿਹਾੜੀਦਾਰ ਜਾਂ ਰੇਹੜੀਆਂ ਰਿਕਸ਼ਿਆਂ ਵਾਲੇ। ਇਹ ਆਪਣੀਆਂ ਲੋੜਾਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਤੋਂ ਖਰੀਦਦੇ ਹਨ। ਤੀਜੇ ਪੜਾਅ 'ਤੇ ਉਹ ਲੋਕ ਆ ਜਾਂਦੇ ਹਨ ਜਿਨ੍ਹਾਂ ਕੋਲ ਖੁੱਲ੍ਹੀ ਆਮਦਨ ਨਹੀਂ ਹੁੰਦੀ ਪਰ ਨਿਸ਼ਚਿਤ ਅਤੇ ਗੁਜ਼ਾਰੇ ਜੋਗੀ ਹੁੰਦੀ ਹੈ। ਇਹ ਲੋਕ ਕੁਝ ਪੜ੍ਹੇ ਲਿਖੇ ਅਤੇ ਪੱਕੀ ਨੌਕਰੀ 'ਤੇ ਲੱਗੇ ਹੁੰਦੇ ਹਨ। ਚੰਗਾ ਖਾਣਾ ਪਹਿਨਣਾ ਇਹਨਾਂ ਦੀ ਇੱਛਾ ਹੁੰਦੀ ਹੈ। ਇਹ ਆਪਣਾ ਮਕਾਨ ਉਸਾਰਨਾ ਚਾਹੁੰਦੇ ਹਨ, ਸਮਾਜਿਕ ਲੈਣ ਦੇਣ ਵੀ ਕਰਦੇ ਹਨ ਅਤੇ ਬੱਚਤ ਕਰਕੇ ਆਪਣਾ ਜੀਵਨ ਪੱਧਰ ਸੁਧਾਰਦੇ ਹਨ। ਇਹਨਾਂ ਕੋਲ ਗਿਣਤੀ ਕਾਰਨ ਵਿਉਂਤਣ ਅਤੇ ਬੱਚਤ ਕਰਨ ਦੀ ਸਿਆਣਪ ਹੁੰਦੀ ਹੈ। ਸਮਾਜ ਵਿੱਚ ਇਹ ਵਰਗ ਸਭ ਤੋਂ ਵੱਡਾ ਹੁੰਦਾ ਹੈ ਅਤੇ ਇਸ ਕੋਲ ਥੋੜ੍ਹੇ ਪੈਸਿਆਂ ਨਾਲ ਵੀ ਚੰਗਾ, ਸ਼ਾਂਤ, ਸੁਖਾਵਾਂ ਜੀਵਨ ਜਿਉਣ ਦੀ ਸਮਰੱਥਾ ਹੁੰਦੀ ਹੈ। ਇਹਨਾਂ ਲੋਕਾਂ ਨੂੰ ਸਮਾਜਿਕ ਆਰਥਿਕ ਭਾਸ਼ਾ ਵਿੱਚ ਮੱਧ ਸ਼੍ਰੇਣੀ ਕਹਿੰਦੇ ਹਨ। ਜਿਉਂ-ਜਿਉਂ ਮੱਧ ਸ਼੍ਰੇਣੀ ਸ਼ਕਤੀਸ਼ਾਲੀ ਹੁੰਦੀ ਹੈ, ਤਿਉਂ-ਤਿਉਂ ਆਰਥਿਕ ਵਿਕਾਸ ਵਾਪਰਦਾ ਹੈ। ਇਹ ਵਰਗ ਆਪਣੀ ਆਮਦਨ ਵਧਾਉਣ ਵਾਸਤੇ ਨਿਰੰਤਰ ਯਤਨ ਕਰਦਾ ਹੈ ਅਤੇ ਬੱਚਤ ਕਰਨਾ ਇਸ ਵਰਗ ਦਾ ਖਾਸਾ ਹੁੰਦਾ ਹੈ। ਇਹ ਲੋਕ ਸ਼ਹਿਰ ਦੀ ਮੁੱਖ ਮਾਰਕੀਟ ਵਿੱਚੋਂ ਚੀਜ਼ਾਂ ਖਰੀਦਦੇ ਹਨ। ਇਸ ਵਰਗ ਦੇ ਆਦਰਸ਼ ਉਦੇਸ਼ ਸਮੁੱਚੇ ਸਮਾਜਿਕ ਜੀਵਨ ਨੂੰ ਨਿਰਧਾਰਤ ਕਰਦੇ ਹਨ। ਨਾਵਲਾਂ, ਫਿਲਮਾਂ, ਅਖਬਾਰਾਂ ਆਦਿ ਵਿੱਚ ਅਕਸਰ ਇਸ ਵਰਗ ਦੀਆਂ ਸਮੱਸਿਆਵਾਂ ਪੇਸ਼ ਹੁੰਦੀਆਂ ਹਨ। ਚੌਥੇ ਪੜਾਅ 'ਤੇ ਉਹ ਲੋਕ ਹੁੰਦੇ ਹਨ ਜਿਹੜੀ ਆਪਣੀ ਬੱਚਤ ਨੂੰ ਹੋਰ ਪੈਸੇ ਕਮਾਉਣ ਦੇ ਕਾਰਜ ਵਿੱਚ ਲਾਉਂਦੇ ਹਨ। ਇਹ ਲੋਕ ਰੁਤਬੇ ਅਤੇ ਮਾਨਤਾ ਦੇ ਅਭਿਲਾਸ਼ੀ ਹੁੰਦੇ ਹਨ, ਵੱਡੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਹਾਕਮ ਜਮਾਤ ਦੇ ਨੇੜੇ ਹੁੰਦੇ ਹਨ। ਇਹ ਹਰ ਪੱਖੋਂ ਆਪਣੇ ਆਪ ਨੂੰ ਆਮ ਸਧਾਰਨ ਲੋਕਾਂ ਨਾਲੋਂ
ਵਖਰਿਆਉਣ ਵਿੱਚ ਰੁੱਝੇ ਰਹਿੰਦੇ ਹਨ। ਇਹ ਲੋਕ ਰਾਜਧਾਨੀਆਂ ਵਿੱਚੋਂ ਚੀਜ਼ਾਂ ਖਰੀਦਦੇ ਹਨ। ਪੰਜਵੇਂ ਪੜਾਅ 'ਤੇ ਕਾਰਖਾਨੇਦਾਰ, ਵੱਡੇ ਵਪਾਰੀ, ਠੇਕੇਦਾਰ, ਪੂੰਜੀਪਤੀ ਆਦਿ ਦਾ ਬੋਲਬਾਲਾ ਹੁੰਦਾ ਹੈ। ਇਹਨਾਂ ਕੋਲ ਪੈਸੇ ਦੀ ਥੁੜ ਨਹੀਂ ਹੁੰਦੀ। ਇਹਨਾਂ ਕੋਲ ਰਾਜਸੀ ਤਾਕਤ ਵੀ ਹੁੰਦੀ ਹੈ ਅਤੇ ਪੈਸਾ ਵੀ। ਇਹ ਪੈਸੇ ਦੇ ਸਰੋਤਾਂ ਦੇ ਕਾਬਜ਼ ਹੁੰਦੇ ਹਨ। ਅਸਲ ਵਿੱਚ ਕਿਸੇ ਦੇਸ਼ ਨੂੰ ਚਲਾਉਣ ਵਾਲੇ ਇਹੀ ਲੋਕ ਹੁੰਦੇ ਹਨ। ਇਹਨਾਂ ਕੋਲ ਵਿਸ਼ਵ ਭਰ ਵਿੱਚੋਂ ਖਰੀਦੀਆਂ ਚੀਜ਼ਾਂ ਹੁੰਦੀਆਂ ਹਨ। ਪੈਸੇ ਦੀ ਆਪਣੀ ਵਿਆਕਰਨ ਹੁੰਦੀ ਹੈ, ਜਿਸ ਨੂੰ ਸਮਝੇ ਬਿਨਾਂ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿਸੇ ਭਾਸ਼ਾ ਨੂੰ ਸਿੱਖਣ ਦੇ 4 ਪੜਾਅ ਹੁੰਦੇ ਹਨ: ਸਮਝ ਸਕਣਾ, ਬੋਲ ਸਕਣਾ, ਪੜ੍ਹ ਸਕਣਾ ਅਤੇ ਲਿਖ ਸਕਣਾ। ਇਵੇਂ ਹੀ ਪੈਸੇ ਦੇ 4 ਪੜਾਅ ਹੁੰਦੇ ਹਨ: ਕਮਾਉਣਾ, ਖਰਚਣਾ, ਬਚਾਉਣਾ ਅਤੇ ਲਾਉਣਾ। ਅਨਪੜ੍ਹ ਵਿਅਕਤੀ ਭਾਸ਼ਾ ਨੂੰ ਸਮਝਦਾ ਤਾਂ ਹੈ ਅਤੇ ਬੋਲਦਾ ਵੀ ਹੈ, ਪਰ ਉਹ ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ। ਇਵੇਂ ਹੀ ਗਰੀਬ ਵਿਅਕਤੀ ਕਮਾਉਂਦਾ ਹੈ ਅਤੇ ਖਰਚਦਾ ਹੈ, ਪਰ ਬਚਾਉਂਦਾ ਨਹੀਂ ਅਤੇ ਪੈਸੇ ਲਾਉਣ ਦਾ ਵੀ ਤਾਂ ਪ੍ਰਸ਼ਨ ਹੀ ਨਹੀਂ ਉੱਠਦਾ। ਭਾਸ਼ਾ ਦੇ ਪੱਖੋਂ ਅਨਪੜ੍ਹ ਵਿਅਕਤੀ ਅਤੇ ਪੈਸੇ ਦੇ ਪੱਖੋਂ ਗਰੀਬ ਵਿਅਕਤੀ ਦੇ ਇੱਕ ਹੀ ਅਰਥ ਹਨ। ਜਿਵੇਂ ਕੋਈ ਭਾਸ਼ਾ ਪੜ੍ਹਨੀ ਅਤੇ ਲਿਖਣੀ ਸਿੱਖਣ ਵਾਸਤੇ ਸਕੂਲ ਜਾਣਾ ਪਵੇਗਾ, ਉਵੇਂ ਹੀ ਬੱਚਤ ਕਰਨ ਵਾਸਤੇ ਅਤੇ ਪੈਸੇ ਲਾਉਣ ਵਾਸਤੇ ਬੈਂਕ ਜਾਣਾ ਪਵੇਗਾ। ਪੈਸੇ ਦੇ ਪੱਖੋਂ ਬੈਂਕ ਦਾ ਉਹੀ ਦਰਜਾ ਹੈ ਜੋ ਭਾਸ਼ਾ ਦੇ ਪੱਖੋਂ ਸਕੂਲ ਦਾ ਹੈ। ਜਿਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੜ੍ਹਾਈ ਦੇ ਵੱਖ-ਵੱਖ ਖਾਤੇ ਹਨ, ਉਵੇਂ ਹੀ ਬੈਂਕ ਵਿੱਚ ਵਿਭਿੰਨ ਖਾਤੇ ਸਾਡੀ ਮਾਇਕ ਪੱਧਰ ਅਤੇ ਮਾਇਕ ਦੇ ਅਤੇ ਵਿਕਾਸ ਦੇ ਸੂਚਕ ਹੁੰਦੇ ਹਨ। ਵਿਕਾਸ ਮੁੱਖ ਤੌਰ 'ਤੇ 4 ਕਿਸਮਾਂ ਨਾਲ ਵਾਪਰਦਾ ਹੈ: ਸਰੀਰਕ ਵਿਕਾਸ, ਭਾਵਕ, ਬੌਧਿਕ ਵਿਕਾਸ, ਸਮਾਜਿਕ ਵਿਕਾਸ ਅਤੇ ਆਰਥਿਕ ਵਿਕਾਸ। ਆਰਥਿਕ ਵਿਕਾਸ ਸਭ ਪ੍ਰਕਾਰ ਦੇ ਵਿਕਾਸ ਦਾ ਧੁਰਾ ਹੁੰਦਾ ਹੈ। ਸਰੀਰਕ ਵਿਕਾਸ ਦਾ ਵਾਪਰਨਾ ਸਮੇਂ ਨਾਲ ਸੰਬੰਧਿਤ ਹੈ, ਜਦੋਂ ਕਿ ਬਾਕੀ ਸਾਰੇ ਵਿਕਾਸ ਪੈਸੇ ਨਾਲ ਜੁੜੇ ਹੁੰਦੇ ਹਨ। ਗਿਆਨ, ਯੋਗਤਾ ਅਤੇ ਪੈਸਾ ਖੁਸ਼ਹਾਲੀ ਦੇ ਸੰਦ ਹਨ। ਮੰਜੇ ਦੀ ਥਾਂ ਪਲੰਘ ਵਿਛਾਉਣ ਵਿੱਚ, ਥਾਲੀਆਂ ਦੀ ਥਾਂ ਪਲੇਟਾਂ ਰੱਖਣ ਵਿੱਚ ਅਤੇ ਕੁੜਤੇ ਦੀ ਪਜਾਮੇ ਦੀ ਥਾਂ ਕੋਟ ਪੈਂਟ ਪਾਉਣ ਲਈ ਜੋ ਯਤਨ ਕੀਤਾ ਜਾਵੇ ਤਾਂ 30 ਸਾਲ ਲੱਗ ਜਾਂਦੇ ਹਨ। ਮਿਹਨਤ ਅਤੇ ਬੱਚਤ ਤੋਂ ਬਿਨਾਂ ਇਹ ਵਿਕਾਸ ਵਾਪਰਦਾ ਹੀ ਨਹੀਂ। ਮਿਹਨਤ ਅਤੇ ਇਮਾਨਦਾਰੀ ਦੀ ਖੁਸ਼ਹਾਲੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਜਦੋਂ ਕਿ ਭ੍ਰਿਸ਼ਟ ਢੰਗ ਨਾਲ ਕਮਾਇਆ ਪੈਸਾ ਵਿਭਚਾਰ ਉਪਜਾਉਂਦਾ ਹੈ ਅਤੇ ਸਮੁੱਚੇ ਰੂਪ ਵਿੱਚ ਇਸ ਵਿੱਚੋਂ ਨਿਰਾਸਤਾ ਉਪਜਦੀ ਹੈ। ਪੈਸਾ ਉਸ ਕਮਾਈ ਨੂੰ ਕਹਿੰਦੇ ਹਨ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਬਚਾਏ ਹੋਏ ਪੈਸੇ ਨੂੰ ਜਾਂ ਬੱਚਤ ਨੂੰ ਧਨ ਕਹਿੰਦੇ ਹਨ। ਧਨ ਨਾਲ ਸਾਡੇ ਵਿਹਾਰ ਵਿੱਚ ਟਿਕਾਊ ਮੇਲ ਮਿਲਾਪ ਵਿੱਚ ਪਰਸਪਰ ਸਤਿਕਾਰ, ਸਵੈ ਵਿਸ਼ਵਾਸ ਅਤੇ ਨਿਰਣਿਆਂ ਨੂੰ ਅਮਲ ਵਿੱਚ ਲਿਆਉਣ ਦੀ ਯੋਗਤਾ ਉਪਜਦੀ ਹੈ। ਪੈਸੇ ਕਮਾਉਣ ਵਾਸਤੇ ਉਤਨੀ ਮਿਹਨਤ ਨਹੀਂ ਕਰਨੀ ਪੈਂਦੀ ਜਿਤਨੀ ਬੱਚਤ ਕਰਨ ਵਾਸਤੇ ਜਾਂ ਧਨ ਜੋੜਨ ਵਾਸਤੇ ਕਰਨੀ ਪੈਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਪੈਸੇ ਬਚਾਉਣ ਵਾਲੇ ਨੂੰ ਕੰਜੂਸ ਕਹਿੰਦੇ ਸੀ, ਅੱਜ ਕੱਲ੍ਹ ਅਜੂਬਾ ਕਹਿੰਦੇ ਹਨ। ਮੁੱਢਲੀ ਰਕਮ ਬਚਾਉਣੀ ਔਖੀ ਹੁੰਦੀ ਹੈ, ਫਿਰ ਇਹ ਰਕਮ ਹੋਰ ਪੈਸੇ ਕਮਾਉਣ ਲਈ ਬੀਜ ਬਣ ਜਾਂਦੀ ਹੈ। ਜਿਹੜੇ ਬੱਚਤ ਨਹੀਂ ਕਰਦੇ ਉਹ ਜਲਦੀ ਥੱਕ ਜਾਂਦੇ ਹਨ, ਵਧੇਰੇ ਬਿਮਾਰ ਪੈਂਦੇ ਹਨ, ਝੂਠ ਬੋਲਦੇ ਹਨ, ਬਹਾਨੇ ਲਾਉਂਦੇ ਹਨ। ਇਹ ਲੋਕ ਵਕਤ ਦੇ ਪਾਬੰਦ ਨਹੀਂ ਹੁੰਦੇ, ਨਾ ਹੀ ਵਕਤ ਦੀ ਕਦਰ ਕਰਦੇ ਹਨ, ਨਾ ਹੀ ਪੈਸੇ ਦੀ। ਇਹ ਹਮੇਸ਼ਾ ਥੋੜ੍ਹੇ ਰਹਿੰਦੇ ਹਨ। ਲੋੜ ਬੱਚਤ ਦੀ ਨਹੀਂ, ਬੱਚਤ ਕਰਨ ਦੀ ਆਦਤ ਦੀ ਹੈ। ਬੱਚਤ ਲਈ ਵਾਧੂ ਕੰਮ ਕਰਨਾ ਪਵੇਗਾ ਅਤੇ ਵਾਧੂ ਆਮਦਨ ਦੀ ਬਚਤ ਕਰਨੀ ਚਾਹੀਦੀ ਹੈ। ਜਿਹੜੇ ਬੱਚਤ ਨਹੀਂ ਕਰਦੇ ਉਹ ਆਪਣੀ ਔਲਾਦ ਨੂੰ ਕਰਜ਼ੇ ਦੀ ਵਿਰਾਸਤ ਦਿੰਦੇ ਹਨ। ਕਰਜ਼ੇ ਅਤੇ ਕਬਜ਼ੀ ਦੀ ਤਕਲੀਫ ਇਹੋ ਜਿਹੀ ਹੁੰਦੀ ਹੈ, ਜਦੋਂ ਧਨ ਨੂੰ ਜਾਇਦਾਦੀ ਇਮਾਰਤ, ਉੱਚ ਸਿੱਖਿਆ ਜਾਂ ਵਪਾਰ ਵਿੱਚ ਲਾਇਆ ਜਾਵੇ ਤਾਂ ਇਹ ਦੌਲਤ ਅਖਵਾਉਂਦੀ ਹੈ। ਦੌਲਤ ਨਾਲ ਹੋਰਾਂ ਲਈ ਰੁਜ਼ਗਾਰ ਉਪਜਦਾ ਹੈ। ਜਿਨ੍ਹਾਂ ਨੂੰ ਤੁਸੀਂ ਰੁਜ਼ਗਾਰ ਦਿਓਗੇ ਉਹ ਤੁਹਾਡੀ ਕਮਾਈ ਨੂੰ ਵਧਾਉਣਗੇ।
ਸਫਲ ਵਿਅਕਤੀ ਦੌਲਤ ਪੈਦਾ ਕਰਦੇ ਹਨ, ਦੌਲਤ ਸਫਲ ਵਿਅਕਤੀ ਪੈਦਾ ਨਹੀਂ ਕਰਦੀ। ਦੌਲਤਮੰਦ ਦੂਜਿਆਂ ਦੀ ਅਮੀਰੀ ਅਤੇ ਖੁਸ਼ਹਾਲੀ ਦਾ ਕਾਰਨ ਬਣਦੇ ਹਨ। ਮਿਹਨਤ, ਬੱਚਤ ਅਤੇ ਦੌਲਤ ਦਾ ਸੰਘਣਾ ਰਿਸ਼ਤਾ ਹੁੰਦਾ ਹੈ। ਸਫਲ ਵਿਅਕਤੀਆਂ ਕੋਲ ਸਫਲਤਾ ਦਾ ਭੇਤ ਹੁੰਦਾ ਹੈ, ਇਸ ਕਰਕੇ ਉਹ ਜੋ ਕਰਦੇ ਹਨ ਉਸ ਵਿੱਚ ਸਫਲ ਹੁੰਦੇ ਹਨ, ਸੋ ਉਹਨਾਂ ਨੂੰ ਪੈਸਿਆਂ ਦੀ ਕਦੀ ਘਾਟ ਨਹੀਂ ਆਉਂਦੀ। ਦੌਲਤ ਹੋਣਾ ਅਤੇ ਮਾਣਨ ਲਈ ਵਕਤ ਵੀ ਹੋਣਾ ਖੁਸ਼ਹਾਲੀ ਦੀ ਉੱਚਤਮ ਅਵਸਥਾ ਹੁੰਦੀ ਹੈ। ਸਫਲਤਾ ਦਾ ਭੇਤ ਇਹ ਹੈ ਕਿ ਖੇਤਰ ਕੋਈ ਵੀ ਹੋਵੇ, ਰੁਤਬਾ ਕੋਈ ਵੀ ਹੋਵੇ, ਸਭ ਤੋਂ ਚੰਗਿਆਂ ਵਿੱਚੋਂ ਇੱਕ ਹੋਵੇ, ਪੈਸੇ ਮੀਂਹ ਵਾਂਗ ਵਰਸਣਗੇ। ਚੰਗਿਆਂ ਵਿੱਚੋਂ ਹੋਣ ਕਰਕੇ ਤੁਹਾਡਾ ਸਭ ਕੁਝ ਆਪ ਮੁਹਾਰੇ ਚੰਗਾ ਹੋਵੇਗਾ। ਸਾਰੇ ਲੋਕ ਚੰਗੇ ਡਾਕਟਰ, ਚੰਗੇ ਮਕੈਨਿਕ, ਚੰਗੇ ਦਰਜੀ, ਚੰਗੇ ਦੁਕਾਨਦਾਰ, ਚੰਗੇ ਅਧਿਆਪਕ, ਚੰਗੇ ਵਕੀਲ ਕੋਲ ਹੀ ਜਾਂਦੇ ਹਨ। ਚੰਗੀ ਦੁਕਾਨ ਅਤੇ ਚੰਗੀ ਕੰਪਨੀ ਦੀਆਂ ਚੰਗੀਆਂ ਚੀਜ਼ਾਂ ਲੋਕ ਕਤਾਰਾਂ ਵਿੱਚ ਖਲੋ ਕੇ ਲੈਂਦੇ ਹਨ। ਚੰਗੀਆਂ ਚੀਜ਼ਾਂ ਨੂੰ ਪਸੰਦ ਕਰਨਾ, ਚੰਗੇ ਸੱਭਿਆਚਾਰ ਦੀ ਅਤੇ ਚੰਗੀਆਂ ਚੀਜ਼ਾਂ ਨੂੰ ਖਰੀਦ ਸਕਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ। ਅਸੀਂ ਪੈਸੇ ਤੋਂ ਲਾਭ ਤਾਂ ਉਠਾਉਣਾ ਚਾਹੁੰਦੇ ਹਾਂ, ਪਰ ਇਸ ਦੀ ਕਦਰ ਨਹੀਂ ਕਰਨਾ ਜਾਣਦੇ। ਜਿਹੜੇ ਕੇਵਲ ਤਨਖਾਹ ਵਾਸਤੇ ਹੀ ਨੌਕਰੀ ਕਰਦੇ ਹਨ, ਉਹ ਚੰਗੇ ਬਣਨ ਦੇ ਅਵਸਰ ਨੂੰ ਭੈੜੇ ਬਣਨ ਵਿੱਚ ਰੋਲ ਰਹੇ ਹੁੰਦੇ ਹਨ। ਇਹ ਲੋਕ ਮਿਹਨਤੀ ਵਿਅਕਤੀ ਬਾਰੇ ਕਹਿਣਗੇ, ਉਹ ਅਮੀਰ ਕਿਵੇਂ ਬਣ ਗਿਆ? ਉਸਦੀ ਮਾਂ ਤਾਂ ਸਾਡੇ ਘਰੋਂ ਲੱਸੀ ਲੈ ਕੇ ਜਾਇਆ ਕਰਦੀ ਸੀ। ਗੁਲਾਮਾਂ ਵਿੱਚ ਕਿਸੇ ਗੁਲਾਮ ਨੂੰ ਸੁਤੰਤਰ ਹੁੰਦੇ ਵੇਖਣ ਦੀ ਹਿੰਮਤ ਨਹੀਂ ਹੁੰਦੀ। ਪੈਸੇ ਤੋਂ ਬਿਨਾਂ ਸੁਤੰਤਰਤਾ ਦੇ ਕੋਈ ਅਰਥ ਨਹੀਂ ਹੁੰਦੇ। ਮਾਇਕ ਸੁਤੰਤਰਤਾ ਉਪਰੰਤ ਹੀ ਸੁਹਜਾਤਮਕ ਅਮੀਰੀ ਉਪਜਦੀ ਹੈ। ਅਸੀਂ ਕੰਮ ਤੋਂ ਨਹੀਂ ਥੱਕਦੇ, ਥੋੜ੍ਹਾਂ ਵਿੱਚੋਂ ਉਪਜੀਆਂ ਮਜਬੂਰੀਆਂ ਕਾਰਨ ਥੱਕਦੇ ਹਾਂ। ਆਮ ਕਿਹਾ ਜਾਂਦਾ ਹੈ ਕਿ ਜਿੱਥੇ ਧਨ ਹੈ ਉੱਥੇ ਕਲੇਸ਼ ਹੈ, ਪਰ ਕਲੇਸ਼ ਧਨ ਕਾਰਨ ਨਹੀਂ ਹੁੰਦਾ, ਬਿਨਾਂ ਕਮਾਏ ਧਨ ਨੂੰ ਹਥਿਆਉਣ ਕਾਰਨ ਹੁੰਦਾ ਹੈ। ਚਰਿੱਤਰ ਦਾ ਨਿਰਮਾਣ ਇਮਾਨਦਾਰੀ ਦੀ ਕਮਾਈ ਕਰਦੀ ਹੈ। ਇਸੇ ਕਰਕੇ ਜਿਨ੍ਹਾਂ ਦੀਆਂ ਵੱਡੀਆਂ ਲਾਟਰੀਆਂ ਨਿਕਲਦੀਆਂ ਹਨ, ਉਹਨਾਂ ਦੀ ਮਗਰੋਂ ਕੋਈ ਚਰਚਾ ਨਹੀਂ ਹੁੰਦੀ। ਧੋਖੇ ਨਾਲ ਉਸਰੀ ਅਮੀਰੀ ਦੀ ਬੁਨਿਆਦ ਵਿੱਚ ਦੁੱਖ ਅਤੇ ਅਨਿਆਏ ਹੁੰਦਾ ਹੈ। ਇਸੇ ਕਰਕੇ ਚੋਰਾਂ, ਸਮਗਲਰਾਂ ਕੋਲ ਜੀਵਨ ਦੀ ਤਸੱਲੀ ਨਹੀਂ ਹੁੰਦੀ। ਜਦੋਂ ਪੈਸਾ ਹੋ ਜਾਵੇ ਤਾਂ ਕਦੀ-ਕਦੀ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੇਰੇ ਕੋਲ ਉਹ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਪੈਸਾ ਨਹੀਂ ਖਰੀਦ ਸਕਦਾ। ਪੈਸਾ ਸਭ ਕੁਝ ਖਰੀਦ ਸਕਦਾ ਹੈ, ਪਰ ਪੈਸਾ ਜੀਵਨ ਦੀ ਤਸੱਲੀ, ਤੰਦਰੁਸਤੀ, ਮਨ ਦੀ ਸ਼ਾਂਤੀ, ਚੰਗੀ ਨੀਂਦਰ, ਸੱਚੀ ਦੋਸਤੀ, ਵਫਾਦਾਰੀ, ਪ੍ਰਸੰਨਤਾ, ਹਮਦਰਦੀ, ਚੰਗਾ ਹਾਜ਼ਮਾ, ਸੱਚੀ ਪ੍ਰਸ਼ੰਸਾ ਆਦਿ ਨਹੀਂ ਖਰੀਦ ਸਕਦਾ। ਤਜਰਬਾ ਦੱਸਦਾ ਹੈ ਕਿ ਆਪਣੀ ਮਿਹਨਤ ਨਾਲ ਕਮਾਏ ਪੈਸੇ ਸਭ ਤੋਂ ਵੱਧ ਬਰਕਤ ਵਾਲੇ ਹੁੰਦੇ ਹਨ, ਕਿਉਂਕਿ ਮਿਹਨਤ ਕਰਦਿਆਂ ਸਾਡੇ ਵਿੱਚ ਸਰਬਪੱਖੀ ਵਿਕਾਸ ਵੀ ਵਾਪਰਦਾ ਹੈ। ਵਿਰਸੇ ਵਿੱਚ ਮਿਲੇ ਪੈਸੇ ਫਜ਼ੂਲ ਚੀਜ਼ਾਂ 'ਤੇ ਖਰਚ ਹੁੰਦੇ ਹਨ। ਦੋਸਤ ਜਾਂ ਭਰਾ ਤੋਂ ਹਥਿਆਏ ਜਾਂ ਕਿਸੇ ਦਾ ਹੱਕ ਮਾਰ ਕੇ ਪੈਸੇ ਨੁਕਸਾਨ ਕਰਦੇ ਹਨ। ਕਿਸੇ ਇਸਤਰੀ ਤੋਂ ਧੋਖੇ ਨਾਲ ਲਏ ਪੈਸੇ ਕਦੇ ਸੁੱਖ ਨਹੀਂ ਦਿੰਦੇ। ਜੇ ਬੁੱਧੀ ਤੋਂ ਕੇਵਲ ਗਿਣਨ ਦਾ ਹੀ ਕੰਮ ਲਵੋਗੇ ਤਾਂ ਪੈਸੇ ਨੂੰ ਹੀ ਆਪਣਾ ਰੱਬ ਬਣਾ ਲਵੋਗੇ, ਤਾਂ ਇਹ ਇੱਕ ਸ਼ੈਤਾਨੀ ਤਾਕਤ ਬਣ ਜਾਵੇਗਾ। ਪੈਸਾ ਸਾਧਨ ਹੈ। ਉਦੇਸ਼ ਪੂਰਤੀ ਦਾ ਨਿਰਣਾ ਤੁਹਾਡੇ ਚਰਿੱਤਰ ਨੇ ਕਰਨਾ ਹੈ। ਪੈਸੇ ਸੰਬੰਧੀ ਵਿਹਾਰਿਕ ਦ੍ਰਿਸ਼ਟੀਕੋਣ ਉਸਾਰਨ ਦੀ ਲੋੜ ਹੈ। ਆਪਣੀ ਕਮਾਈ ਵਿੱਚੋਂ ਬੱਚਤ ਦੀ ਆਦਤ ਤੋਂ ਬਿਨਾਂ ਕਿਸੇ ਪ੍ਰਕਾਰ ਦੀ ਚੰਗੀ ਆਦਤ ਦਾ ਹੋਣਾ ਸੰਭਵ ਨਹੀਂ ਹੁੰਦਾ। ਇਸਤਰੀਆਂ ਵਿੱਚ ਬੱਚਤ ਕਰਨ ਦੀ ਸੁਭਾਵਿਕ ਆਦਤ ਹੁੰਦੀ ਹੈ। ਇਸਤਰੀ ਕੋਲ ਪੈਸੇ ਵੀ ਹੁੰਦੇ ਹਨ, ਪਰਿਵਾਰਕ ਸੁੱਖ ਦੀ ਅਮੀਰੀ ਖੁਸ਼ਹਾਲੀ ਵੀ ਹੁੰਦੀ ਹੈ ਅਤੇ ਬੱਚਿਆਂ ਦੇ ਰੂਪ ਵਿੱਚ ਹੀਰੇ ਜਵਾਹਰਾਤ ਵੀ ਹੁੰਦੇ ਹਨ। ਬੌਧਿਕ ਵਿਕਾਸ ਲਈ ਪੁਸਤਕਾਂ 'ਤੇ ਖਰਚੇ ਪੈਸੇ ਵਿਅਰਥ ਨਹੀਂ ਜਾਂਦੇ। ਖਰਚਣ ਤੋਂ ਪਹਿਲਾਂ ਪੈਸੇ ਕਮਾਉਣੇ ਸਿਆਣਪ ਦੀ ਨਿਸ਼ਾਨੀ ਹੁੰਦੇ ਹਨ।
ਵਕਤ ਨਾਲ ਹਰ ਕੋਈ ਜਾਣ ਜਾਂਦਾ ਹੈ ਕਿ ਰਿਸ਼ਤੇਦਾਰ ਨੂੰ ਪੈਸੇ ਉਧਾਰ ਦੇਣੇ ਜਾਂ ਉੱਕਾ ਹੀ ਦੇ ਦੇਣੇ ਇੱਕ ਹੀ ਗੱਲ ਹੈ, ਕਿਉਂਕਿ ਦੋਹਾਂ ਦੀ ਲਾਗਤ ਬਰਾਬਰ ਹੈ। ਬਹੁਤੇ ਹਨ ਜਿਹੜੇ ਨਾ ਮੂਲ ਮੋੜਨਗੇ ਨਾ ਵਿਆਜ। ਕੁਝ ਹੋਣਗੇ ਜਿਹੜੇ ਮੂਲ ਨਹੀਂ ਮੋੜਨਗੇ, ਵਿਆਜ ਦੇਣ ਦਾ ਵਾਅਦਾ ਕਰਨਗੇ, ਮੁੱਕਰਨਗੇ ਨਹੀਂ, ਪਰ ਮਿਲੇਗਾ ਕੁਝ ਨਹੀਂ। ਸਾਡਾ ਦੁਰਭਾਗ ਇਹ ਹੈ ਕਿ ਅਜੋਕੇ ਸੰਸਾਰ ਵਿੱਚ ਪੈਸੇ ਅਤੇ ਸਫਲਤਾ ਦੇ ਇੱਕ ਹੀ ਅਰਥ ਹੋ ਗਏ ਹਨ। ਅਸੀਂ ਪੈਸੇ ਦੇ ਪੱਖੋਂ ਇਸ ਲਈ ਸਫਲ ਹੋਣਾ ਚਾਹੁੰਦੇ ਹਾਂ ਕਿਉਂਕਿ ਸਫਲਤਾ ਹੀ ਅਕਸਰ ਪ੍ਰਸਿੱਧੀ, ਪ੍ਰਸ਼ੰਸਾ, ਖੁਸ਼ਹਾਲੀ, ਬਹੁਤਾਤ, ਸੰਪੂਰਨਤਾ ਅਤੇ ਪ੍ਰਵਾਨਗੀ ਦਾ ਪ੍ਰਤੀਕ ਹੁੰਦੀ ਹੈ। ਪੈਸੇ ਦੇ ਪੱਖੋਂ ਪ੍ਰਸੰਨ ਅਤੇ ਸੰਤੁਸ਼ਟ ਵਿਅਕਤੀ ਆਪਣੀ ਸਫਲਤਾ ਲੋਕਾਂ ਨਾਲ ਸਾਂਝੀ ਕਰਨ ਵਾਸਤੇ ਜਨਤਕ ਹਿੱਤ ਦੇ ਕਾਰਜ ਕਰਦੇ ਹਨ। ਲੋੜ ਹੈ ਕਿ ਪੈਸੇ ਪ੍ਰਤੀ ਸਹੀ, ਉਸਾਰੂ, ਵਿਹਾਰਕ, ਯਥਾਰਥਕ ਅਤੇ ਹਾਂ ਪੱਖੀ ਦ੍ਰਿਸ਼ਟੀਕੋਣ ਅਪਣਾਇਆ ਜਾਵੇ। ਪੈਸੇ ਲਈ ਪਾਗਲ ਹੋਣ ਦੀ ਲੋੜ ਨਹੀਂ, ਪਰ ਪੈਸੇ ਪ੍ਰਤੀ ਅਵੇਸਲਾ ਅਤੇ ਲਾਪਰਵਾਹ ਹੋਣਾ ਵੀ ਯੋਗ ਨਹੀਂ, ਕਿਉਂਕਿ ਪਿਆਰ ਅਤੇ ਪੈਸਾ ਜ਼ਿੰਦਗੀ ਦੀਆਂ ਮੁੱਢਲੀਆਂ ਤਾਂਘਾਂ ਹਨ ਅਤੇ ਇਹੀ ਮਨੁੱਖ ਦੀਆਂ ਬੁਨਿਆਦੀ ਭੁੱਖਾਂ ਹਨ। ਧੰਨਵਾਦ।